ਤੁਸੀਂ ਇਹ ਦੇਖ ਲਓ ਜੀ, ਇਹ ਸਾਰਾ ਕੁਝ ਇੱਕ ਸਿਲੇਬਸ ਦਾ ਸਬਜੈਕਟਸ ਦਾ ਐਸਾ ਖੂਹ ਹੈ ਜਿਹਦੇ 'ਚ ਤੁਹਾਨੂੰ ਯਾਨੀ ਕਿ ਛਲਾਂਗ ਮਾਰਨੀ ਪਏਗੀ ਤੇ ਆਪਣੀਆਂ ਪੂਰੀਆਂ ਜੇਬਾਂ ਭਰ ਕੇ ਬਾਹਰ ਆਉਣਾ ਪਏਗਾ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ IAS ਦੇ ਪੇਪਰ ਬਾਰੇ। ਜਿੰਨਾ ਸੌਖਾ ਇਸ ਨੂੰ ਇਦਾਂ ਬੋਰਡ ਤੇ ਲਿਖਣਾ ਉਨਾ ਸੌਖਾ ਪੇਪਰ ਹੈ ਨਹੀਂ ਹੈ। ਬਹੁਤ ਯਾਨੀ ਕਿ ਟਫੈਸਟ ਐਗਜ਼ਾਮ ਹੈ ਇਹ ਸਾਡੇ ਇੰਡੀਆ ਦਾ, ਤੇ ਇਸ ਪੇਪਰ ਨੂੰ ਪਾਸ ਕਰਕੇ ਫਿਰ ਰੁਤਬੇ ਵੀ ਓਡੇ ਵੱਡੇ ਮਿਲਦੇ ਨੇ। ਇਸ ਨੂੰ ਯਾਨੀ ਕਿ IAS ਦਾ ਐਗਜ਼ਾਮ ਕਹਿ ਦਈਏ, ਲੇਕਿਨ IAS ਵਰਗੀਆਂ ਹੀ ਇਹਦੇ ਵਿੱਚ IFS, IPS ਤੁਸੀਂ ਇਹ ਸੁਣਿਆ ਹੋਣਾ ਨਾ, IRS ਕਿ ਵੱਡੀਆਂ ਪਦਵੀਆਂ ਹੁੰਦੀਆਂ ਨੇ। ਇੰਡੀਅਨ ਰੈਵਨਿਊ ਸਰਵਿਸਿਜ਼, ਇੰਡੀਅਨ ਫੋਰਨ ਸਰਵਿਸਿਜ਼, ਇੰਡੀਅਨ ਪੁਲਿਸ ਸਰਵਿਸਿਜ਼। ਸਭ ਤੋਂ ਵੱਡੀ ਪੋਸਟ ਹੁੰਦੀ ਹੈ IAS, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼। ਤੇ ਉਹ ਰੈਂਕ ਦੇ ਅਕੋਰਡਿੰਗ ਕਿੱਦਾਂ ਮਿਲਦੇ ਨੇ ਆਪਾਂ ਗੱਲ ਕਰ ਲਈਏ। ਇਸ ਪੇਪਰ ਨੂੰ ਕੰਡਕਟ ਕਰਾਉਂਦੀ ਹੈ ਜੀ UPSC, ਯਾਨੀ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ, ਜਿਵੇਂ ਆਪਾਂ ਪਿਛਲੀ ਵੀਡੀਓ 'ਚ ਕੀਤਾ ਸੀ ਕਿ ਪੰਜਾਬ ਦੇ ਵਿੱਚ ਜੋ PCS ਹੈ, ਪੰਜਾਬ ਸਿਵਲ ਸਰਵਿਸਿਜ਼, ਉਹ PPSC ਕੰਡਕਟ ਕਰਾਉਂਦੀ ਹੈ, ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਇੱਕ ਜੌਬ ਕਹਿ ਦੇ ਨਾ ਛੋਟੀ ਗੱਲ ਹੋਏਗੀ, ਬਹੁਤ ਯਾਨੀ ਕਿ ਵੱਡੀ ਜ਼ਿੰਮੇਵਾਰੀ ਵਾਲੀ ਇਹ ਪੋਸਟ ਹੁੰਦੀ ਹੈ। ਜਿਹੜੇ ਬੱਚੇ ਇਹ ਜਾਣਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਥੋੜ੍ਹਾ ਬਹੁਤਾ ਪਤਾ ਹੈ, ਉਹਨਾਂ ਦਾ ਇੱਕ ਹਲੇ ਸੁਪਨਾ ਲੈਣਾ ਸ਼ੁਰੂ ਕੀਤਾ ਉਹਨਾਂ ਨੇ ਕਿ ਮੈਂ ਵੀ UPSC ਕਰਨਾ। ਆਪਾਂ ਇਦਾਂ ਦੀਆਂ ਗੱਲਾਂ ਕਰਦੇ ਕਿ ਮੈਂ ਸਿਵਲ ਸਰਵਿਸਿਜ਼ ਵਾਲੇ ਪਾਸੇ ਜਾਣਾ, ਮੈਂ UPSC ਕਰੈਕ ਕਰਨਾ, IAS ਬਣਨਾ। ਤਾਂ ਇਹ ਸਾਰੀਆਂ ਚੀਜ਼ਾਂ ਨੇ ਕਿ ਅੱਜ ਆਪਾਂ ਇਹਦੇ ਇੱਕ ਐਲੀਜੀਬਿਲਿਟੀ, ਇਹਦੇ ਪੇਪਰਾਂ ਦੇ ਪੈਟਰਨ ਬਾਰੇ, ਸਿਲੇਬਸ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ ਵੀ ਕਿਵੇਂ ਤੇ ਕੌਣ ਅਪਲਾਈ ਕਰ ਸਕਦਾ ਤੇ ਕੀ ਕੁਝ ਆਪਾਂ ਨੂੰ ਪੜ੍ਹਨਾ ਪੈਂਦਾ, ਕਿਵੇਂ ਇਹਦਾ ਪੇਪਰ ਹੁੰਦਾ। ਇਹ ਜੋ UPSC ਹੈ, ਇਹ ਯਾਨੀ ਕਿ ਦੇਸ਼ ਦੇ ਵਿੱਚ ਕਲਾਸ A ਤੇ ਕਲਾਸ B ਲੈਵਲ ਦੇ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਉਹਦਾ ਪੇਪਰ ਕਰਾਉਂਦੀ ਹੈ। ਇਹ ਜਿਵੇਂ ਮੈਂ ਦੱਸਿਆ ਸੀ IAS, IPS, IFS, ਇਹਦੇ ਨਾਲ ਦੀਆਂ ਕੁੱਲ 24 ਸਰਵਿਸਿਜ਼ ਹੁੰਦੀਆਂ ਨੇ। ਟੌਪ ਤੇ IAS ਹੈ, ਬਾਕੀ ਹੋਰ ਵੀ ਸਾਰੀਆਂ ਸਰਵਿਸਿਜ਼ ਹੁੰਦੀਆਂ ਨੇ। ਜਿਹਦਾ ਜਿੰਨਾ ਰੈਂਕ ਆਉਂਦਾ ਉਸ ਹਿਸਾਬ ਨਾਲ ਉਹਨੂੰ ਪੋਸਟ ਮਿਲਦੀ ਹੈ। ਇਹਦੀ ਜਿਹੜੀ ਸਭ ਤੋਂ ਪਹਿਲਾਂ ਆਪਾਂ ਐਲੀਜੀਬਿਲਿਟੀ ਦੀ ਗੱਲ ਕਰੀਏ, ਬੱਚਿਆਂ ਨੂੰ ਅਕਸਰ ਕਹਿਣਾ ਕਿ ਸਭ ਤੋਂ ਵੱਡਾ ਐਗਜ਼ਾਮ ਹੈ ਜਿਹੜਾ ਇੰਡੀਆ ਦਾ, ਤੁਸੀਂ ਅਗਰ ਉਹ ਵੀ ਦੇਣਾ ਤਾਂ ਉਹਦੇ ਵਿੱਚ ਵੀ ਸਿਰਫ ਗ੍ਰੈਜੂਏਸ਼ਨ ਮੰਗਦੇ ਆ। ਠੀਕ ਹੈ ਜੀ, ਹਾਲਾਂਕਿ ਅਗਰ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਹਾਡੇ ਲਈ ਜ਼ਿਆਦਾ ਅੱਛੀ ਗੱਲ ਹੈ, ਤੁਹਾਨੂੰ ਜ਼ਿਆਦਾ ਐਕਸਪੋਜ਼ਰ ਹੋਏਗਾ ਸਬਜੈਕਟਸ ਦਾ। UPSC ਦਾ ਪੇਪਰ ਹੈ, ਇਸ ਨੂੰ ਆਪਾਂ ਸਿਵਲ ਸਰਵਿਸਿਜ਼ ਵੀ ਕਹਿ ਦਿੰਦੇ ਆ। ਗੱਲ ਕਰੀਏ ਇਹਦੇ ਵਿੱਚ ਏਜ ਦੀ, ਜਨਰਲ ਕੈਟੇਗਰੀ ਲਈ 21 ਤੋਂ ਲੈ ਕੇ 32 ਸਾਲ ਤੱਕ ਏਜ ਹੋਣੀ ਚਾਹੀਦੀ ਹੈ। BC ਕੈਟੇਗਰੀ ਲਈ 21 ਤੋਂ ਲੈ ਕੇ 35 ਸਾਲ ਤੱਕ ਦੀ ਏਜ। SC ਤੇ ST ਕੈਟੇਗਰੀਜ਼ ਦੇ ਲਈ 21 ਤੋਂ ਲੈ ਕੇ 37 ਸਾਲ ਤੱਕ ਏਜ ਲਿਮਟ ਹੁੰਦੀ ਹੈ। ਇਹ ਦੋ ਕ੍ਰਾਈਟੇਰੀਏ ਨੇ, ਦੋਨਾਂ ਨਾਲ ਮਿਲ ਕੇ ਐਲੀਜੀਬਿਲਿਟੀ ਬਣਦੀ ਹੈ। ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟਰੀਮ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਇਹ ਤੁਹਾਡਾ ਯਾਨੀ ਕਿ ਜਿਹੜੇ ਵੀ ਕੈਟੇਗਰੀ 'ਚ ਤੁਸੀਂ ਫੋਲੋ ਕਰਦੇ ਹੋ ਉਹਦਾ ਯਾਨੀ ਕਿ ਕ੍ਰਾਈਟੇਰੀਆ ਤੁਸੀਂ ਮੈਚ ਕਰਨਾ, ਤਾਂ ਤੁਸੀਂ ਇਸ ਪੇਪਰ ਲਈ ਅਪਲਾਈ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ ਪੇਪਰ ਹੁੰਦਾ ਕਿਵੇਂ ਆ, ਯਾਨੀ ਕਿ ਪੈਟਰਨ ਕੀ ਹੈ ਪੇਪਰ ਦਾ। ਸੋ 3 ਸਟੇਜਿਸ ਦੇ ਵਿੱਚ ਇਹ ਪੇਪਰ ਹੁੰਦਾ ਜੀ, 3 ਸਟੇਜਿਸ। ਜੋ ਸਟੇਜ 1 ਹੈ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੀਲਿਮਸ। ਇਹਦੇ ਬਾਰੇ ਗੱਲ ਕਰਾਂਗੇ। ਸਟੇਜ ਜਿਹੜੀ 2 ਹੈ ਉਹ ਹੈਗੀ ਹੈ ਮੇਨ ਐਗਜ਼ਾਮ ਦੀ, ਮੇਨ ਪੇਪਰ ਹੈ। ਉਸ ਤੋਂ ਬਾਅਦ ਸਟੇਜ ਜਿਹੜੀ 3 ਹੈ ਤੇ ਫਾਈਨਲ ਸਟੇਜ ਹੈ ਉਹ ਹੁੰਦੀ ਹੈ ਜੀ ਇੰਟਰਵਿਊ ਦੀ ਸਟੇਜ। ਇਹ ਹੁਣ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਇਹਨਾਂ ਬਾਰੇ। ਜਿਹੜਾ ਇਹ ਪਹਿਲਾ ਪੇਪਰ ਹੈ ਇਹ ਇੱਕ ਯਾਨੀ ਕਿ ਕੁਆਲੀਫਾਈਂਗ ਪੇਪਰ ਹੁੰਦਾ। ਜਿਹੜੀ ਫਾਈਨਲ ਮੈਰਿਟ ਬਣਦੀ ਆ ਉਹ ਇਹਨਾਂ ਦੋ ਪੇਪਰਾਂ ਨੂੰ ਮਿਲਾ ਕੇ ਬਣਦੀ ਹੈ, ਮੇਨ ਤੇ ਇੰਟਰਵਿਊ। ਜਿਹੜਾ ਪਹਿਲਾ ਪੇਪਰ ਹੈ ਮੈਰਿਟ ਉਹਦੀ ਵੀ ਬਣਦੀ ਹੈ, ਲੇਕਿਨ ਉਹਦੀ ਮੈਰਿਟ ਬਣਦੀ ਹੈ ਕਿ ਮੇਨ ਪੇਪਰ ਕੌਣ ਦੇਵੇਗਾ। ਠੀਕ ਹੈ ਜੀ, ਸੋ ਇਸ ਇੱਕ ਤਰ੍ਹਾਂ ਦਾ ਐਲੀਮੀਨੇਸ਼ਨ ਰਾਊਂਡ ਹੁੰਦਾ ਜੀ, ਇੱਕ ਤਰ੍ਹਾਂ ਦਾ। ਜਿੰਨੀਆਂ ਪੋਸਟਾਂ ਭਰੀਆਂ ਹੁੰਦੀਆਂ ਨੇ ਉਸ ਹਿਸਾਬ ਦੇ ਨਾਲ ਕੱਟ ਆਫ ਜਾਂਦੀ ਹੈ ਤੇ ਕੁਝ ਕੁ ਬੰਦੇ ਫਿਰ ਇੱਦੇ ਮੇਨ ਐਗਜ਼ਾਮ ਦੇ ਵਿੱਚ ਬੈਠਦੇ ਨੇ। ਜਿਹੜਾ ਪ੍ਰੀ ਐਗਜ਼ਾਮ ਹੁੰਦਾ ਨਾ ਉਹਦੇ ਵਿੱਚ 2 ਪੇਪਰ ਹੁੰਦੇ ਨੇ 200 ਨੰਬਰ ਦੇ। ਠੀਕ ਹੈ ਜੀ, ਉਹ 2 ਪੇਪਰ ਕਿਹੜੇ ਨੇ? ਜਿਹੜਾ ਪੇਪਰ 1 ਹੈ ਉਹਨੂੰ GS ਪੇਪਰ 1 ਕਹਿ ਦੇਣਾ, ਯਾਨੀ ਕਿ ਜਨਰਲ ਸਟੱਡੀਜ਼ ਪੇਪਰ 1। ਵਿੱਚ ਆਪਾਂ ਨੂੰ ਸਾਰੇ ਸਬਜੈਕਟ ਆਉਂਦੇ ਨੇ, ਹਿਸਟਰੀ, ਪੋਲਿਟੀ, ਇਕਨੋਮਿਕਸ, ਜੀਓਗ੍ਰਾਫੀ, ਬਾਅਦ ਸਾਇੰਸ ਐਂਡ ਟੈਕਨੋਲੋਜੀ। ਇੱਦਾਂ ਦੇ ਜਿਹੜੇ ਸਬਜੈਕਟਸ ਨੇ ਉਹ ਸਾਰੇ ਮਿਲ ਕੇ ਪੇਪਰ 1 ਬਣਾਉਂਦੇ ਨੇ। ਇਹਦੇ ਵਿੱਚ ਤੁਹਾਨੂੰ 100 ਕੁਐਸਚਨ ਆਏਗਾ, 2 ਨੰਬਰ ਦਾ 1 ਕੁਐਸਚਨ, ਯਾਨੀ ਕਿ 200 ਨੰਬਰ ਦਾ ਇਹ ਪੇਪਰ ਹੈ। ਔਰ 1/3 ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੈਗੀ ਹੈ। ਜਿਵੇਂ ਕਿ PCS ਦੇ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ, ਇਹਦੇ ਵਿੱਚ 1/3 ਨੈਗੇਟਿਵ ਮਾਰਕਿੰਗ ਹੁੰਦੀ ਹੈ। ਠੀਕ ਹੈ ਜੀ, ਜਿਹੜਾ ਪੇਪਰ 2 ਹੈ ਉਸ ਨੂੰ ਆਪਾਂ ਬੋਲਦੇ ਹਾਂ CSAT। ਠੀਕ ਹੈ, ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ। ਇਹਦੇ ਵਿੱਚ ਇੱਕ ਤੇ ਕੰਪਰੀਹੈਂਸ਼ਨ ਆਉਂਦੀ ਹੈ ਤੁਹਾਨੂੰ, ਯਾਨੀ ਕਿ ਪੈਰੇ 'ਚੋਂ ਕੁਐਸਚਨ ਲੱਭਣਾ। ਉਸ ਤੋਂ ਬਾਅਦ ਇੱਕ ਹੁੰਦਾ ਇਹਦੇ ਵਿੱਚ ਰੀਜ਼ਨਿੰਗ ਦਾ ਪੇਪਰ, ਜਿਵੇਂ ਕੁਆਂਟ, ਮੈਥ ਵਗੈਰਾ ਇਹਦੇ 'ਚ ਆ ਗਿਆ। ਉਹ ਇਹਨਾਂ ਸਾਰਿਆਂ ਨੂੰ ਮਿਲਾ ਕੇ
ਇਹ ਕੁਐਸਚਨ ਹੋਣਗੇ ਤੁਹਾਡੇ ਕੋਲ 80 ਤੇ 2.5 ਨੰਬਰ ਦਾ ਇੱਕ ਕੁਐਸਚਨ ਹੋਏਗਾ, ਇਹ ਵੀ ਬਣ ਜਾਏਗਾ ਤੁਹਾਡਾ 200 ਨੰਬਰ ਦਾ ਤੇ ਇਹਦੇ ਵਿੱਚ ਵੀ 1/3 ਯਾਨੀ ਕਿ ਨੈਗੇਟਿਵ ਮਾਰਕਿੰਗ ਹੁੰਦੀ ਹੈ। ਇਹਨਾਂ ਦੋਨਾਂ ਨੂੰ ਮਿਲਾ ਕੇ ਫਿਰ ਤੁਹਾਡੀ ਮੈਰਿਟ ਬਣੇਗੀ ਫਾਈਨਲ ਮੇਨ ਪੇਪਰ ਦੇ ਲਈ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਉਹ ਕਰਮਾਂ ਵਾਲੇ ਕੈਂਡੀਡੇਟ ਜਿਹੜੇ ਮੇਨ ਐਗਜ਼ਾਮ ਨੂੰ ਲਿਖਦੇ ਨੇ। ਸਟੇਜ 2 ਇਹ ਆਪਣੇ ਕੋਲ ਹੈਗੀ ਆ ਜੀ ਮੇਨਸ। ਟੋਟਲ 1750 ਨੰਬਰ ਦਾ ਪੇਪਰ ਹੁੰਦਾ। ਟੋਟਲ ਇਹਦੇ ਵਿੱਚ 9 ਪੇਪਰ ਹੁੰਦੇ ਨੇ। ਕਿਹੜੇ ਉਹਦੀ ਆਪਾਂ ਗੱਲ ਕਰਦੇ। ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਇਹ ਮੇਨਸ ਐਗਜ਼ਾਮ ਲਿਖ ਸਕਦੇ ਹੋ। ਇਹ ਕੋਈ ਹਊਆ ਨਹੀਂ ਹੈ ਕਿ ਇੰਗਲਿਸ਼ ਦੇ ਵਿੱਚ ਹੀ ਹੁੰਦਾ ਹੈ। ਤੁਸੀਂ ਆਪਣੀ ਮਦਰ ਲੈਂਗੁਏਜ ਦੇ ਵਿੱਚ ਵੀ ਇਹ ਐਗਜ਼ਾਮ ਸਾਰਾ ਲਿਖ ਸਕਦੇ ਹੋ। ਸਾਰੇ ਦੇ ਸਾਰੇ ਪੇਪਰ ਇੰਗਲਿਸ਼ ਨੂੰ ਛੱਡ ਕੇ, ਜਿਹੜਾ ਕਿ ਕੰਪਲਸਰੀ ਹੈ। ਔਰ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਪ੍ਰੀ ਪੇਪਰ ਤੁਸੀਂ ਪਾਸ ਕਰ ਲੈਂਦੇ ਹੋ, ਪ੍ਰੀ ਤੋਂ ਬਾਅਦ ਕੈਂਡੀਡੇਟ ਨੂੰ ਇੱਕ ਹੋਰ ਫਾਰਮ ਭਰਨਾ ਪੈਂਦਾ, ਉਹ ਹੈ DAF, ਡਿਟੇਲਡ ਐਪਲੀਕੇਸ਼ਨ ਫਾਰਮ ਭਰਨਾ ਪੈਂਦਾ। ਉਹਦੇ ਵਿੱਚ ਆਪਣੀ ਪਰਸਨਲ ਇਨਫੋਰਮੇਸ਼ਨ, ਸਾਰਾ ਆਪਣਾ ਅਕੈਡਮਿਕ ਰਿਕਾਰਡ ਭਰਨਾ ਪੈਂਦਾ। ਇਹ ਪੇਪਰ ਜਿਹੜੇ ਹੁੰਦੇ ਨੇ ਇਹ ਯਾਨੀ ਕਿ MCQ ਨਹੀਂ ਹੁੰਦੇ, ਇਹ ਯਾਨੀ ਕਿ ਲਿਖਤੀ ਪੇਪਰ ਹੁੰਦੇ ਆ। ਕੁਐਸਚਨ ਹੁੰਦੇ ਆ ਛੋਟੇ ਵੱਡੇ ਐਸੇ ਟਾਈਪ ਸਾਰੇ, ਉਹ ਤੁਹਾਨੂੰ ਲਿਖਣੇ ਪੈਂਦੇ ਆ। ਜਿਹੜੇ 9 ਪੇਪਰ ਹੁੰਦੇ ਨੇ ਉਹਨਾਂ ਦੀ ਆਪਾਂ ਗੱਲ ਕਰੀਏ ਕਿਹੜੇ ਨੇ। ਇਹਦੇ ਵਿੱਚ ਜਿਹੜਾ ਪੇਪਰ 1 ਹੈ ਦੋਸਤੋ, ਪੇਪਰ 1 ਉਹ ਹੈਗਾ ਜੀ ਇੰਗਲਿਸ਼ ਲੈਂਗੁਏਜ ਦਾ। ਪੇਪਰ ਹੁੰਦਾ ਜੀ 300 ਨੰਬਰ ਦਾ ਔਰ ਇਹ ਮੇਨ ਐਗਜ਼ਾਮ ਦਾ ਕੁਆਲੀਫਾਈਂਗ ਪੇਪਰ ਹੁੰਦਾ ਜੀ। ਇਸ ਪੇਪਰ ਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੁੰਦਾ। ਪੇਪਰ 2 ਹੁੰਦਾ ਜੀ ਇੰਡੀਅਨ ਲੈਂਗੁਏਜ। ਜਿਵੇਂ PCS ਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦਾ ਪੇਪਰ ਹੁੰਦਾ ਕਿਉਂਕਿ ਪੰਜਾਬ ਦੀ ਸਰਵਿਸਿਜ਼ ਹੈ ਉਹ, ਇਸ ਤਰ੍ਹਾਂ ਇੰਡੀਅਨ ਲੈਂਗੁਏਜਸ ਨੇ ਜਿਹੜੀਆਂ ਉਹੀ 22 ਲੈਂਗੁਏਜ ਜਿਹੜੀਆਂ ਆਪਾਂ ਤੁਹਾਨੂੰ ਕਿਹਾ ਸੀ ਕੋਈ ਵੀ ਲੈਂਗੁਏਜ ਚੂਜ਼ ਕਰਦੇ ਹੋ ਉਹਦਾ ਪੇਪਰ ਹੁੰਦਾ ਜੀ। ਇਹ ਪੇਪਰ ਨੰਬਰ 2 ਹੈ। ਪੇਪਰ ਤੀਜਾ ਹੈਗਾ ਜੀ ਐਸੇ ਦਾ ਪੇਪਰ। ਇਹਦੇ ਵਿੱਚ 2 ਤੁਸੀਂ ਯਾਨੀ ਕਿ ਲੇਖ ਲਿਖਦੇ ਹੋ ਜਿਸ ਨੂੰ ਆਪਾਂ ਨਿਬੰਧ ਕਹਿੰਦੇ ਆ, ਐਸੇ ਕਹਿੰਦੇ ਆ, ਔਰ ਇਹ ਹੁੰਦਾ ਜੀ ਆਪਣਾ 250 ਨੰਬਰ ਦਾ ਪੇਪਰ। ਜਿਹੜਾ ਪੇਪਰ 4 ਹੈ GS ਪੇਪਰ 1 ਕਹਿੰਦੇ ਆ ਉਸ ਨੂੰ। ਉਹਦੇ ਵਿੱਚ ਇੰਡੀਅਨ ਹੈਰੀਟੇਜ ਐਂਡ ਕਲਚਰ, ਹਿਸਟਰੀ, ਜੀਓਗ੍ਰਾਫੀ, ਇੰਡੀਆ ਦੀ ਤੇ ਵਰਲਡ ਦੀ। ਉਸ ਤੋਂ ਬਾਅਦ ਪੇਪਰ 5 GS ਪੇਪਰ 2 ਹੋ ਗਿਆ, ਗਵਰਨੈਂਸ, ਕੌਨਸਟੀਟਿਊਸ਼ਨ, ਪੋਲਿਟੀ, ਸੋਸ਼ਲ ਜਸਟਿਸ ਤੇ ਇੰਟਰਨੈਸ਼ਨਲ ਰਿਲੇਸ਼ਨਸ। GS ਪੇਪਰ 3 ਯਾਨੀ ਕਿ ਪੇਪਰ ਵੈਸੇ 6ਵਾਂ, GS ਪੇਪਰ 3 ਹੋ ਗਿਆ, ਟੈਕਨੋਲੋਜੀ, ਇਕਨੋਮਿਕ, ਬਾਇਓਡਾਇਵਰਸਿਟੀ, ਇਨਵਾਇਰਨਮੈਂਟ, ਡਿਜ਼ਾਸਟਰ ਮੈਨੇਜਮੈਂਟ ਤੇ ਸਿਕਿਉਰਿਟੀ। ਪੇਪਰ 7 ਯਾਨੀ ਕਿ GS ਪੇਪਰ 4 ਐਥਿਕਸ, ਇੰਟੈਗ੍ਰਿਟੀ ਤੇ ਐਪਟੀਟਿਊਡ। ਇਹ ਹੋ ਗਿਆ ਜੀ ਪੇਪਰ 7। 8ਵਾਂ ਤੇ 9ਵਾਂ ਪੇਪਰ ਹੁੰਦਾ ਆਪਸ਼ਨਲ ਪੇਪਰ 1 ਤੇ ਆਪਸ਼ਨਲ ਪੇਪਰ 2। ਇਹ ਜਿਹੜੇ ਤੁਸੀਂ 2 ਆਪਸ਼ਨਸ ਭਰਦੇ ਹੋ, ਜੋ ਮੈਂ ਸਟਾਰਟਿੰਗ 'ਚ ਕਿਹਾ ਸੀ ਨਾ, DAF ਜਿਹੜਾ ਫਾਰਮ ਭਰਦੇ ਹੋ ਡਿਟੇਲਡ ਐਪਲੀਕੇਸ਼ਨ ਫਾਰਮ, ਉਹਦੇ ਵਿੱਚ ਤੁਸੀਂ ਕੋਈ ਵੀ 2 ਸਬਜੈਕਟ ਜਿਹੜੇ ਤੁਸੀਂ ਯਾਨੀ ਕਿ ਗ੍ਰੈਜੂਏਸ਼ਨ ਚਾਹੇ ਪੜ੍ਹੇ ਨੇ ਚਾਹੇ PG ਕਲਾਸ 'ਚ ਪੜ੍ਹੇ ਨੇ, ਉਹ ਇੱਦਾਂ ਦੇ ਤੁਸੀਂ 2 ਸਬਜੈਕਟ ਚੂਜ਼ ਕਰਦੇ ਹੋ ਤੇ ਉਹਨਾਂ ਦੇ ਤੁਹਾਡੇ 2 ਪੇਪਰ ਹੁੰਦੇ ਨੇ। ਇਹ ਜਿਹੜੇ ਸਾਰੇ ਪੇਪਰ ਨੇ ਆਪਣੇ, ਇਹ ਯਾਨੀ ਕਿ 250 ਨੰਬਰ ਦਾ ਇੱਕ ਪੇਪਰ ਹੁੰਦਾ ਤੇ 3 ਘੰਟੇ ਦਾ ਤੁਹਾਨੂੰ ਸਮਾਂ ਮਿਲਦਾ ਲਿਖਣ ਦੇ ਲਈ ਪੇਪਰ। ਇਹਨਾਂ ਸਾਰੇ ਪੇਪਰਾਂ ਤੋਂ ਬਾਅਦ ਜਿਹੜੀ ਮੈਰਿਟ ਬਣਦੀ ਹੈ ਉਹ ਫਿਰ ਸਟੇਜ 3 ਹੈ ਆਪਣੀ, ਉਹ ਹੈਗੀ ਹੈ ਜੀ ਇੰਟਰਵਿਊ ਕਮ ਪਰਸਨੈਲਿਟੀ ਟੈਸਟ ਹੋ ਗਿਆ। ਇੰਟਰਵਿਊ ਹੁੰਦਾ ਜੀ 275 ਨੰਬਰ ਦਾ। ਇੰਟਰਵਿਊ ਤੋਂ ਬਾਅਦ ਫਿਰ ਕੱਟ ਆਫ ਜਾਂਦੀ ਹੈ, ਲਿਸਟ ਲੱਗਦੀ ਹੈ ਫਾਈਨਲ ਵੀ ਕਿਹਦਾ ਆਲ ਇੰਡੀਆ ਰੈਂਕ 1 ਆਇਆ ਤੇ ਕਿਹਦਾ 100 ਆਇਆ ਤੇ ਕਿਹਨੂੰ ਕਿਹੜੀ ਪੋਸਟ ਅਲਾਟ ਹੋਈ ਹੈ, ਸਾਰਾ ਕੁਝ ਇੱਦਾਂ ਹੁੰਦਾ। ਤੁਸੀਂ ਇਹ ਦੇਖ ਲਓ ਜੀ, ਇਹ ਸਾਰਾ ਕੁਝ ਇੱਕ ਸਿਲੇਬਸ ਦਾ, ਸਬਜੈਕਟਸ ਦਾ ਐਸਾ ਖੂਹ ਹੈ ਜਿਹਦੇ 'ਚ ਤੁਹਾਨੂੰ ਯਾਨੀ ਕਿ ਛਲਾਂਗ ਮਾਰਨੀ ਪਏਗੀ ਤੇ ਆਪਣੀਆਂ ਪੂਰੀਆਂ ਜੇਬਾਂ ਭਰ ਕੇ ਬਾਹਰ ਆਉਣਾ ਪਏਗਾ। ਜਿਹੜੇ ਬੱਚੇ ਤਿਆਰੀ ਕਰ ਰਹੇ ਹੁੰਦੇ ਨੇ ਉਹਨਾਂ ਦੇ ਰਸਤੇ ਦੇ ਵਿੱਚੋਂ ਆਉਣ ਵਾਲੇ ਨਿੱਕੇ ਮੋਟੇ ਐਗਜ਼ਾਮ ਕਲੀਅਰ ਹੁੰਦੇ ਜਾਂਦੇ ਨੇ, ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਜਾਂਦੀ ਹੈ ਤੇ ਉਹ ਸਟੈਪ ਬਾਏ ਸਟੈਪ ਅੱਗੇ ਵੱਧਦੇ ਚਲੇ ਜਾਂਦੇ ਨੇ। ਤੁਸੀਂ ਆਪਣੀ ਜ਼ਿੰਦਗੀ, ਆਪਣੀ ਲਾਈਫ ਦੇ ਵਿੱਚ ਕੰਫਰਟ ਲੈਵਲ ਤੋਂ ਬਾਹਰ ਜਾਣਾ ਪਏਗਾ ਕੁਝ ਸਾਲਾਂ ਦੇ ਲਈ ਤੇ ਫਿਰ ਸ਼ਾਇਦ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਮਿਲ ਜਾਣਗੀਆਂ। ਯਾਨੀ ਕਿ ਇੰਡੀਆ ਦੇ, ਪੰਜਾਬ ਦੇ, ਬਾਕੀ ਸਟੇਟਸ ਦੇ ਮੁੰਡੇ ਕੁੜੀਆਂ ਇਹ ਪੇਪਰ ਕਰੈਕ ਕਰ ਰਹੇ ਨੇ। ਔਖਾ ਬਹੁਤ ਹੈ ਲੇਕਿਨ ਫਿਰ ਵੀ ਕਰੈਕ ਹੋ ਰਿਹਾ ਹੈ ਔਰ ਲੋਕੀ ਆਪਣੀ ਮਨਪਸੰਦ ਜਿਹੜੀ ਪੋਸਟ ਹੈ ਉਹ ਲੈ ਰਹੇ ਨੇ।